आरएसएस बीजेपी ਨੂੰ ਮਿਲ ਕੇ संत जरनैल सिंह ਦੀ ਬਣਾਈ ਹੋਈ ਸੋਚ ਜਿਹੜੀ आनंदपुर साहब ਦੇ ਮਤੇ ਤੇ ਆਈ ਸੀ ਉਹਨੂੰ ਰੱਦ ਕਰਕੇ ਅਕਾਲੀ ਦਲ ਨੇ ਪਹਿਲਾਂ ਮੱਥਾ ਟੇਕਿਆ आरएसएस ਨੂੰ, जिस तहत पंजाबी ਦੇ ਥਾਂ ਇੱਕ ਸੌਤਣ ਸਾਡੇ ਘਰ 'ਚ ਮਾਂ ਖੜੀ ਕਰਤੀ। हिंदी दी बोली अज थोड़े बच्चे 10वीं तक पढ़न ते मजबूर करते, जद के तुसी अपनी पंजाबी बोली दे सूबे दे उत्ते कुर्बानियां दित्तियां हैगियां। ओही प्रकाश सिंह बादल ने मुकर के एक काम रद्द करता हैगा। ओ गुरु ग्रंथ साहब दे दर्द महसूस करदी अज जेड़े उरे गुरु साहब दे अंग साड़े पाड़े गंदियां नालियां च सुट्टे गए, ਉਹਨਾਂ ਦੇ ਹੱਕ ਹਕੂਕ ਤੇ ਪਹਿਰਾ ਦਿੰਦੀ ਸੰਗਤ ਜਿਹਨੂੰ ਕੋਟਕਪੂਰੇ 'ਚ ਉਹ ਹੋਮ ਮਿਨਿਸਟਰ ਚੀਫ ਮਿਨਿਸਟਰ ਦੀ ਸਰਕਾਰ ਜਿਹੜੀ ਪੰਥਕ ਕਹਾਉਂਦੀ ਹੈ, ਆਪਣੇ ਉਹ ਸ਼ਿਕਾਰੀ ਕੁੱਤਿਆਂ ਰਾਹੀਂ ਸੁਮੇਧ ਸੈਣੀ ਡੀਜੀਪੀ ਰਾਹੀਂ ਉਹਦੇ ਚਹੇਤਿਆਂ ਰਾਹੀਂ ਗੋਲੀਆਂ ਚਲਾ ਕੇ ਭੁੰਨ ਕੇ ਸਾਡੇ ਦੋ ਸ਼ਹੀਦ ਉਰੇ ਹੀਰੇ उन्होंने मार के बेअंत संगतां नूं फट्टड़ करके उहदे इंसाफ वास्ते कतरत हुई। साध संगत जी, मैं समझदा कि ये जिहड़ा आपां ने काम चक्किया ये ना नवां है पर सब तो वधिया तरीका है। जे आपां इतिहास 'च देखीए, जद आपां इकट्ठे होके अपने हक्कां ते पहरा दिंदे हैं, अपनी आवाज़ बुलंद करते हैं, इंसाफ भी उदों ही मिलता हैगा। जे बाबा बंदा सिंह बहादुर जिसने इस किसानियत के मगर एक बहुत बड़ी जंग लड़ी, जिसने सरहद की इट नाल इट खड़काई, जिसने वो किसानां नूं हक दिता कि वो जमीनां जायदादां दियां मलकीतां रख सकन, उन्हें भी ये कौम नूं इकट्ठा करके ही प्राप्तियां लित्तियां ते पहला खालसा राज सानूं बख्श के दिता। साध संगत जी, जो स्थिति अज बनी हुई है ये कोई नवा इतिहास नहीं है। ये जद भी साडे कौम ते विपता आई है तो साडी कौम ने इकट्ठे होके कुर्बानियां दे के ये गुरु ग्रंथ साहब दी देख रेख दे विच अपने कौम नूं तोरिया। साध संगत जी, जिथे बाबा बंदा सिंह बहादुर तो उपरंत असी देखते हैं कि गुरसिੱਖੀ ਦੇ ਵਿੱਚ एक बहुत ਵੱਡਾ घाट आई। ਸਾਡੇ गुरु ग्रंथ साहब उदासियां निर्मलियां ਦੇ ਡੇਰੇ ਦੇ ਵਿੱਚ ਜਾ ਕੇ बसते सी, जिथे ਉਹ गुरु ग्रंथ साहब ਦੀ लहर फेर उठी, जिथे नवाब कपूर सिंह वर्गियां ने योगदान पाया और जिथे मिसलदार ਸਿੰਘਾਂ ने खड़ के ਉਹ अबदाली ਦੇ नक 'ਚ दम कीता, ਜਿਹਦੇ ਵਿੱਚ ਭਗੇਲ ਸਿੰਘ ਨੇ ਜਾ ਕੇ 30 ਹਜ਼ਾਰੀ ਨੇ ਜਾ ਕੇ ਦਿੱਲੀ ਨੂੰ ਫਤਿਹ ਕਰਕੇ ਅੱਜ ਜਿਹੜੇ ਸਾਡੇ ਝੂਲਦੇ ਝੰਡੇ ਉੱਥੇ ਗੁਰਦੁਆਰਾ ਸਾਹਿਬ ਦੇ ਹੈਗੇ, ਜਿਹੜੇ ਵੀ ਉੱਥੇ ਝੰਡੇ ਹੈਗੇ, ਉਹ ਸਾਰੇ ਸਾਡੇ ਸਰ ਭਗੇਲ ਸਿੰਘ ਨੇ ਕੌਮ ਨੂੰ ਇਕੱਠਾ ਕਰਕੇ ਉਹ ਗੁਰੂ ਸਾਹਿਬ ਦੀ ਸਥਾਪਨਾ, ਗੁਰੂ ਘਰ ਦੀ ਸਥਾਪਨਾ ਉੱਥੇ ਕੀਤੀ, ਜਿਹਦੇ ਵਿੱਚ ਗੁਰੂ ਸਾਹਿਬ ਅੱਜ ਵਸਦੇ ਆ। ਸੋ ਸਾਧ ਸੰਗਤ ਜੀ, ਇਹ ਜਿਹੜੀਆਂ ਹਕੂਮਤਾਂ ਇਹ ਲੜੀਵਾਰ गुरु ग्रंथ साहब के उत्ते राज करना चाहती हैं, पर गुरु ग्रंथ साहब स्पष्ट हैं। वो कहते हैं इन्हीं गरीबों को दो मैं पातशाही, अपनी गोलक गरीब का मुंह कहते हैं, अपने लंगर च उच्च जाति के राजियां नूं वखरा बैठाण तो इनकार करते हैं, अपने पूरे परिवार की शहादत दे देंगे हैं। पर यह असूल जिहड़े गुरु साहब ने बना के साडे कौम नूं दिते हैं, ਉਹਦੇ ਕਰਕੇ ਇਹ ਕੌਮ ਚੱਲਦੀ ਆ ਰਹੀ ਹੈ। ਇਹੀ ਲੰਗਰ ਜਿਹਦੇ ਵਿੱਚ ਜਾਤ ਪਾਤ ਨਹੀਂ, ਊਚ ਨੀਚ ਨਹੀਂ, ਇਹੀ ਲੰਗਰ ਨੇ ਜਾ ਕੇ ਤੁਹਾਡੇ ਕਿਸਾਨ ਮੋਰਚੇ ਨੂੰ ਫਤਿਹ ਕਰਕੇ ਅੱਜ ਨੇੜੇ ਲਾਤਾ ਹੈਗਾ। ਸਾਧ ਸੰਗਤ ਜੀ, ਅੱਜ ਜਦ ਅਸੀਂ ਉਰੇ ਬੈਠੇ ਹਾਂ ਤਾਂ 2000 ਦਿਨ ਤੋਂ ਉੱਤੇ ਆਪਾਂ ਗੁਰੂ ਸਾਹਿਬ ਦੇ ਇਨਸਾਫ ਮਗਰ ਉਰੇ ਲੜਾਈ ਲੜਦੇ ਪਹੁੰਚੇ ਹਾਂ। ਇਸ ਲੜਾਈ ਨੇ ਪ੍ਰਾਪਤੀਆਂ ਵੀ ਬਹੁਤ ਕੀਤੀਆਂ। ਸਰਬੱਤ ਖਾਲਸੇ ਹੋਏ, ਜਿਹਦੇ ਨਾਲ ਇੱਕ ਜਿਹੜਾ ਰੋਸ ਬਸ ਰਿਹਾ ਸੀ ਸੰਗਤ 'ਚ, ਉਹ ਉੱਠ ਕੇ ਇੱਕ ਤਬਦੀਲੀ ਦਾ ਰੂਪ ਲੈ ਗਿਆ। ਜਿਨ੍ਹਾਂ ਪੰਥਕ ਕਹਿੰਦੀ ਕਹਾਉਂਦੀ ਸਰਕਾਰ, ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੁਖਬੀਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਨੂੰ,
ਉੱਥੋਂ ਚੀਫ ਮਿਨਿਸਟਰੀ ਤੋਂ ਲਾਤਾ। ਸਾਧ ਸੰਗਤ ਜੀ, ਇਸ ਰੋਸ ਨੇ ਜਾ ਕੇ ਉਹ ਕੈਪਟਨ ਨੂੰ ਵੀ ਕੁਰਸੀ ਤੋਂ ਲਾਤਾ ਤੇ ਹੁਣ ਜਿਹੜੀ ਪੀੜੀ ਬੈਠੀ ਹੈ ਉੱਥੇ ਉਹਨਾਂ ਨੂੰ ਵੀ ਚੁਣੌਤੀ ਪਾਤੀ ਕਿ ਅੱਜ ਵੀ ਅਸੀਂ ਇਕੱਠੇ ਆ, ਸਾਡੇ ਮਸਲੇ ਨਹੀਂ ਹੱਲ ਹੋਏ, ਸਾਨੂੰ ਇਨਸਾਫ ਚਾਹੀਦਾ ਗੁਰੂ ਸਾਹਿਬ ਦਾ। ਸਾਧ ਸੰਗਤ ਜੀ, ਸਿੰਘ ਸਭਾ ਦੀ ਲਹਿਰ ਦਾ ਜਿਹੜਾ ਜੋਸ਼ ਚ ਜਜ਼ਬਾ ਆਪ ਜੀ ਚ ਭਰਿਆ ਹੋਇਆ, ਜਿਹੜੀ ਸਿੰਘ ਸਭਾ ਲਹਿਰ ਨੇ ਬਿਲਕੁਲ ਕੋਈ ਬੰਦੂਕਾਂ ਨਹੀਂ ਚੱਕੀਆਂ, ਸ਼ਾਂਤਮਈ ਰੂਪ ਦੇ ਵਿੱਚ ਗ੍ਰਿਫਤਾਰੀਆਂ ਦੇ ਕੇ ਨਨਕਾਣਾ ਸਾਹਿਬ ਤੋਂ ਲੈ ਕੇ ਚਾਬੀਆਂ ਦੇ ਮੋਰਚੇ ਤਾਈਂ ਸਾਨੂੰ ਸਾਡੇ ਗੁਰੂ ਘਰ ਆਜ਼ਾਦ ਕਰਕੇ ਦਿੱਤੇ। ਇਹ ਜਿਹੜਾ ਐਡਾ ਵੱਡਾ ਸਾਡੇ ਵਿੱਚ ਨੁਕਸਾਨ ਸੀ, ਜਿੱਥੇ ਜਿਹੜੇ ਬ੍ਰਿਟਾਨੀਆ ਦੇ ਸਰਕਾਰ ਦੇ ਪੱਖ ਦੇ ਵੱਡੇ ਸਰਦਾਰ ਸੀਗੇ ਉਹ ਇਸ ਸਿੰਘ ਸਭਾ ਲਹਿਰ ਤੋਂ ਪਰਾਂ ਹੁੰਦੇ, ਉਹਨੂੰ ਸਾਰੇ ਨੂੰ ਸ਼ਾਂਤਮਈ ਤੇ ਚੰਗੇ ਰੂਪ 'ਚ ਜੋੜਨ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੋਬਸਤ ਕੀਤਾ ਕਿ ਏਸ਼ੀਆ ਦੇ ਵਿੱਚ ਸਭ ਤੋਂ ਪਹਿਲੀ ਜਮਹੂਰੀਅਤ ਪਸੰਦ ਸੰਸਥਾ ਗੁਰੂ ਸਾਹਿਬ ਦੇ ਦੇਖ ਰੇਖ ਦੇ ਪੱਖ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਕਰਤੀ, ਜਿਸ ਅਧੀਨ ਆਪਣਾ ਮਤਦਾਨ ਦੇ ਕੇ ਗੁਰੂ ਸਾਹਿਬ ਦੇ ਪੱਖ 'ਚ ਆਪਣੀ ਵੋਟ ਪਾ ਕੇ ਤੁਸੀਂ ਆਪਣੇ ਜਿਹੜੇ ਆਪਸੀ ਮਤਭੇਦ ਹੈ ਖਤਮ ਕਰਕੇ ਉਹ ਵੋਟਾਂ ਰਾਹੀਂ ਆਪਣੀਆਂ ਗੁਰੂ ਘਰ ਦੇ ਪ੍ਰਬੰਧ ਦੀ ਸੰਭਾਲ ਕਰ ਸਕੋ। ਇਹ ਇੱਕ ਬਹੁਤ ਵੱਡੀ ਦੇਣ ਸੀ। ਪਰ ਸਾਧ ਸੰਗਤ ਜੀ, ਇਹ ਜਿਹੜੀ ਸਿੰਘ ਸਭਾ ਲਹਿਰ ਦੀ ਦੇਣ ਸੀ, ਇਹਦੇ ਨਤੀਜੇ ਕੀ ਹੋਏ? ਜਦ ਤਾਈਂ ਇਹ ਮਤਸ਼ਬੀ ਭਾਰਤ ਨੇ ਇਹ ਬਾਂਗਡੋਰ ਦੇਸ਼ ਦਾ ਸੰਭਾਲਿਆ, ਸਿੱਖਾਂ ਨੂੰ ਕੁਤਰ ਕੇ ਵੱਢ ਕੇ ਇਹਨਾਂ ਨੇ ਰੱਖਤਾ। ਜਿੱਥੇ ਲਾਹੌਰ ਇੱਕ ਹਿੰਦੂ ਸਿੱਖ ਮੈਜੋਰਿਟੀ ਸੂਬਾ ਸੀਗਾ, ਡਿਸਟ੍ਰਿਕਟ ਸੀਗੀ ਪੰਜਾਬ ਦੇ ਵਿੱਚ, ਉਹਨੂੰ ਵੱਢ ਕੇ ਅੱਜ ਪਾਕਿਸਤਾਨ ਪੱਖੀ ਛੱਡਤਾ। ਸਾਨੂੰ ਉੱਥੋਂ ਇੱਕ ਬਹੁਤ ਵੱਡੀ ਹਿਜਰਤ ਕਰਨੀ ਪਈ, ਅਸੀਂ ਉਰੇ ਆ ਕੇ ਬਸੇ, ਸਾਡੀਆਂ ਜ਼ਮੀਨਾਂ ਗਈਆਂ ਤੇ ਜਿਹੜੇ ਸ਼ਾਮ ਨੂੰ ਅਸੀਂ ਅਰਦਾਸਾਂ ਕਰਦੇ ਆਂ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਹੋਣ, ਉਹ ਅੱਜ ਏਸੀ ਭਾਰਤ ਦੇਸ਼ ਨੇ ਸਾਡੇ ਤੋਂ ਵੱਢ ਕੇ ਵਾਂਝੇ ਕਰਤੇ ਤੇ ਮਸਾਂ ਤਰਲੇ ਮਿੰਤਾਂ ਕਰਕੇ ਅਸੀਂ ਕਰਤਾਰਪੁਰ ਸਾਹਿਬ ਦਾ ਬਾਰਡਰ ਖੁਲਵਾ ਕੇ ਉੱਥੇ ਆਪਣੇ ਗੁਰੂ ਨਾਨਕ ਸਾਹਿਬ ਦੇ ਸਥਾਨ ਨੂੰ ਜਾ ਕੇ ਨਤਮਸਤਕ ਹੋ ਸਕਦੇ ਹਾਂ। ਇਹ ਜਿਹੜੀ ਸਾਡੀ ਵੰਡ ਕੀਤੀ ਹੈ, ਇਹ ਇਹੋ ਜੀ ਮਾੜੀ ਹੋਈ ਹੈ ਕਿ ਜਿੱਥੇ ਪੰਜਾਬ ਦਾ ਜਿਹੜਾ ਆਰਥਿਕਤਾ ਸੀਗੀ 70% ਪਾਕਿਸਤਾਨ ਦਾ ਜਿਹੜੀ ਆਰਥਿਕਤਾ ਹੁੰਦੀ ਸੀ ਉਹ ਇੱਧਰ ਇੰਨੇ ਸੂਬਿਆਂ ਨਾਲ ਹੁੰਦੀ ਸੀਗੀ, ਅੱਜ ਉਹਨੂੰ ਬਿਲਕੁਲ ਵੱਢ ਕੇ ਰੱਖਤਾ ਹੈਗਾ। ਇਹ ਸੈਂਟਰ ਜਦ ਇਹਦਾ ਜੀ ਕਰਦਾ ਹੈਗਾ, ਇਹ ਇੱਥੇ ਆਪਣੀ ਹਿੰਦੀ ਹਾਰਟ ਬੈਲਟ ਦੇ ਵਿੱਚ ਜਿੱਥੇ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ, ਪਾਕਿਸਤਾਨ ਨਾਲ ਜੰਗ ਦਾ ਮਾਹੌਲ ਛੇੜ ਦਿੰਦਾ ਹੈ। ਉਹ ਜੰਗ ਦਾ ਮਾਹੌਲ ਛੇੜ ਕੇ ਉੱਥੇ ਬਾਰਡਰ ਦੇ ਉੱਤੇ ਟੈਨਸ਼ਨ ਲਿਆ ਕੇ ਸਾਡੇ ਬੱਚਿਆਂ, ਸਾਡੇ ਜਿਹੜੀ ਨੌਜਵਾਨ ਪਨੀਰੀ ਹੈ, ਉਹ ਪਰਮਾਣੂ ਸ਼ਸਤਰ ਦੇ ਦਾਇਰੇ ਦੇ ਵਿੱਚ ਲਿਆ ਕੇ ਸਾਨੂੰ ਖਤਮ ਕਰਨ ਵਾਸਤੇ ਉਰੇ ਇਹੋ ਜਿਹੀਆਂ ਖੇਡਾਂ ਖੇਡਦਾ, ਜਿਹੜਾ ਰੂਸ ਦਾ ਜਰਨੈਲ ਨੇ ਇਹ ਚੀਜ਼ਾਂ ਸਿਖਾਈਆਂ ਸੀਗੀਆਂ ਗਾਂਧੀ ਪਰਿਵਾਰ ਨੂੰ, ਅੱਜ ਮੋਦੀ ਵੀ ਇਹਨਾਂ ਤਹਿਤ ਉਹ ਸਾਡੇ ਉੱਤੇ ਹਾਵੀ ਹੁੰਦਾ ਹੈਗਾ। ਕਹਿਣ ਦਾ ਭਾਵ ਇਹ ਹੈ, ਜਦ ਵੀ ਸਿੱਖ ਇਕੱਠੇ ਹੁੰਦੇ ਆ, ਸੈਂਟਰ ਦੀ ਸਰਕਾਰ ਉਹਨਾਂ ਨੂੰ ਤੋੜਨ 'ਚ ਤੇ ਉਹੋ ਜਿਹੇ ਵਿਅਕਤੀ ਜਿਹੜੇ ਪਹਿਲਾਂ ਨਤਮਸਤਕ ਸੈਂਟਰ ਨੂੰ ਹੁੰਦੇ ਆ, ਉਹਨਾਂ ਨੂੰ ਮੂਹਰੇ ਲਿਆਉਣ 'ਚ ਹਮੇਸ਼ਾ ਕੰਮ ਕਰਦਾ ਹੈ। ਅਕਾਲ ਤਖਤ ਸਾਹਿਬ ਤੇ ਬਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਸੈਂਟਰ ਨੂੰ ਜਵਾਬ ਦਿੱਤਾ ਕਿ ਅਸੀਂ ਸਿਰਫ ਤੇ ਸਿਰਫ ਪੰਜਾਬ ਦੀ ਗੱਲ ਕਰਨਾ ਜਾਣਦੇ ਹਾਂ, ਤੇ ਜਦ ਜਵਾਬ ਦੇਤਾ ਤੇ ਜਿਹੜੇ ਉੱਥੇ ਅਕਾਲ ਤਖਤ ਸਾਹਿਬ ਤੇ ਸਹੁੰ ਚੱਕਣ ਵਾਲੇ ਆਏ ਸੀਗੇ, ਅਮਰਿੰਦਰ ਸਿੰਘ ਬਰਨਾਲਾ ਸਾਹਿਬ, ਟੌੜਾ ਸਾਹਿਬ, ਬੇਅੰਤ ਸਾਹਿਬਾਂ ਨੇ ਆਪਣੇ ਅਕਾਲ ਤਖਤ ਦੀਆਂ ਸਹੁੰ ਰੱਦ ਕਰਕੇ ਕੋਈ ਕਾਂਗਰਸ 'ਚ ਚਲੇ ਗਿਆ, ਕੋਈ ਬਾਦਲ ਨਾਲ ਚਲੇ ਗਿਆ, ਤੇ ਜਿਹੜਾ ਵੀ ਜਾ ਕੇ ਆਰਐਸਐਸ ਬੀਜੇਪੀ ਨੂੰ ਮਿਲ ਕੇ ਸੰਤ ਜਰਨੈਲ ਸਿੰਘ ਦੀ ਬਣਾਈ ਹੋਈ ਸੋਚ ਜਿਹੜੀ ਅਨੰਦਪੁਰ ਸਾਹਿਬ ਦੇ ਮਤੇ ਤੇ ਆਈ ਸੀ, ਉਹਨੂੰ ਰੱਦ ਕਰਕੇ ਅਕਾਲੀ ਦਲ ਨੇ ਪਹਿਲਾਂ ਮੱਥਾ ਟੇਕਿਆ ਆਰਐਸਐਸ ਨੂੰ, ਜਿਸ ਤਹਿਤ ਪੰਜਾਬੀ ਦੇ ਥਾਂ ਇੱਕ ਸੌਤਣ ਸਾਡੇ ਘਰ 'ਚ ਮਾਂ ਖੜੀ ਕਰਤੀ। ਹਿੰਦੀ ਦੀ ਬੋਲੀ ਅੱਜ ਤੁਹਾਡੇ ਬੱਚੇ 10ਵੀਂ ਤਾਈਂ ਪੜਨ ਤੇ ਮਜਬੂਰ ਕਰਤੇ, ਜਦ ਕਿ ਤੁਸੀਂ ਆਪਣੀ ਪੰਜਾਬੀ ਬੋਲੀ ਦੇ ਸੂਬੇ ਦੇ ਉੱਤੇ ਕੁਰਬਾਨੀਆਂ ਦਿੱਤੀਆਂ ਹੈਗੀਆਂ। ਉਹੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਕਰ ਕੇ ਇਹ ਕੰਮ ਰੱਦ ਕਰਤਾ ਹੈਗਾ। ਸਾਧ ਸੰਗਤ ਜੀ, ਜੇ ਆਪਾਂ ਦੇਖੀਏ ਪਾਣੀਆਂ ਦੀ ਗੱਲ ਕਰੀਏ, ਰੈਪੇਰੀਅਨ ਕਾਨੂੰਨ ਦੇ ਉੱਤੇ ਇਹਨਾਂ ਨੇ ਇੰਨਾ ਵੱਡਾ ਖੂਨ ਸਾਡੇ ਸਿੱਖਾਂ ਦਾ ਢਲਾਇਆ, ਜੇ ਆਪਾਂ ਦੇਖੀਏ ਪਾਣੀਆਂ ਦੀ ਗੱਲ ਕਰੀਏ, ਰੈਪੇਰੀਅਨ ਕਾਨੂੰਨ ਦੇ ਉੱਤੇ ਇਹਨਾਂ ਨੇ ਇੰਨਾ ਵੱਡਾ ਖੂਨ ਸਾਡੇ ਸਿੱਖਾਂ ਦਾ ਢਲਾਇਆ, ਜੇ ਆਪਾਂ ਦੇਖੀਏ ਪਾਣੀਆਂ ਦੀ ਗੱਲ ਕਰੀਏ, ਰੈਪੇਰੀਅਨ ਕਾਨੂੰਨ ਦੇ ਉੱਤੇ ਇਹਨਾਂ ਨੇ ਇੰਨਾ ਵੱਡਾ ਖੂਨ ਸਾਡੇ ਸਿੱਖਾਂ ਦਾ ਢਲਾਇਆ,
ਸਾਧ ਸੰਗਤ ਜੀ ਇਸਰਾਇਲ ਕਨੈਲ ਲਾਤਾ। ਉਹ ਇਸਰਾਇਲ ਕਨੈਲ ਤਹਿਤ ਰਾਈਪੇਰੀਅਨ ਕਾਨੂੰਨ ਭੰਗ ਕਰਕੇ ਸਾਡਾ ਪਾਣੀ ਲੈ ਕੇ ਜਾਂਦੇ ਆ, ਦਿੱਲੀ ਤਾਂ ਹੀ ਜਾਂਦਾ ਹੈ। ਤੇ ਸਾਧ ਸੰਗਤ ਜੀ ਉੱਥੇ ਜਦ ਪਾਣੀ ਜਾਂਦਾ ਹੈਗਾ, ਕੇਜਰੀਵਾਲ ਕਹਿੰਦਾ ਦੇ ਦਿਓ ਸਾਨੂੰ ਲੋੜ ਹੈ, ਤੁਸੀਂ ਤਾਂ ਪ੍ਰਦੂਸ਼ਣ ਸਾਡੇ ਕੰਨੀ ਸੁੱਟਦੇ ਹੋ, ਪਾਣੀ ਨਹੀਂ ਅਸੀਂ ਤੁਹਾਡਾ ਗਿਣਦੇ, ਪਾਣੀ ਤਾਂ ਸਾਡਾ ਹੀ ਹੈ। ਸਾਧ ਸੰਗਤ ਜੀ ਹਰੇਕ ਪੱਖੋਂ ਪੰਜਾਬ ਨਾਲ ਵਿਤਕਰਾ ਕਰਕੇ ਉਰੇ ਇੰਡਸਟਰੀ ਨਹੀਂ ਲੱਗਣ ਦਿੱਤੀ। ਉਰੇ ਸਿਰਫ ਤੇ ਸਿਰਫ ਸੈਂਟਰ ਨੇ ਆਪਣੇ ਹੱਕ ਹਕੂਕ ਜਮਾਉਣ ਵਾਸਤੇ ਕਮਜ਼ੋਰ ਸਰਕਾਰਾਂ ਖੜੀਆਂ ਕੀਤੀਆਂ। ਇਹਦੇ ਨਤੀਜੇ ਕੀ ਹੈ ਕਿ ਜਿਹੜੇ ਪੰਜਾਬ ਦੇ ਬਣਦੇ ਹੱਕ ਹੈ ਉਹ ਤੁਹਾਡੇ ਸਾਹਮਣੇ ਨਹੀਂ ਆਉਂਦੇ। ਅੱਜ ਹੈਰਾਨ ਹੁੰਦੇ ਆ ਕਿਸਾਨ ਵੀਰ ਕਿ ਇਹ ਕਾਨੂੰਨ ਪ੍ਰਕਾਸ਼ ਸਿੰਘ ਬਾਦਲ ਨੇ, ਉਹਦੀ ਨੂੰਹ ਨੇ, ਉਹਦੇ ਮੁੰਡੇ ਨੇ ਦਸਤਖਤ ਕਰਕੇ ਕਿਵੇਂ ਪਾਸ ਕਰਤੇ। ਸਾਧ ਸੰਗਤ ਜੀ ਜਦੋਂ ਹੈ ਤੁਹਾਡੇ ਨਹੀਂ, ਪੰਜਾਬ ਦੇ ਪੱਖ ਦੇ ਸੋਚਦੇ ਨਹੀਂ। ਉਹਨਾਂ ਨੇ ਪਹਿਲਾਂ ਦਿੱਲੀ ਨੂੰ ਮੱਥਾ ਟੇਕਣਾ ਹੈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਉਹ ਦਿੱਲੀ ਨੂੰ ਮੱਥਾ ਟੇਕਿਆ। ਪਹਿਲਾਂ ਜਾ ਕੇ ਆਪਣੀ ਮੁੱਖ ਮੰਤਰੀ ਦੀ ਸੀਟ ਗਵਾ ਕੇ ਉਹ ਨਰਿੰਦਰ ਮੋਦੀ ਦੇ ਕੈਬਨਿਟ ਨੂੰ ਜਾ ਕੇ ਉਹਨਾਂ ਦੇ ਪੈਰ ਚੁੰਮ ਕੇ ਫੇਰ ਜਾ ਕੇ ਉਹਨੇ ਅਨਾਉਂਸ ਕੀਤਾ ਮੈਂ ਆਪਣੀ ਵੱਖਰੀ ਪਾਰਟੀ ਖੜੀ ਕਰਨੀ ਹੈ। ਪਹਿਲਾਂ ਮੱਥਾ ਟੇਕਣਾ ਦਿੱਲੀ ਨੂੰ, ਮੁੜ ਕੇ ਫਿਰ ਇੱਥੇ ਸੋਚ ਕਰਨੀ ਹੈਗੀ ਹੈ। ਇਹਦੇ ਵਾਸਤੇ ਮੈਂ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਕਿ ਇੱਕੋ ਇੱਕ ਦ੍ਰਿੜਤਾ ਵਾਲੀ ਪਾਰਟੀ ਹੈ ਜਿਨੇ ਮੁੱਢ ਤੋਂ ਇਸ ਸੈਂਟਰ ਨੂੰ ਠੋਕਰ ਮਾਰੀ ਹੈ, ਜਿਸ ਨੇ ਸਿਰਫ ਤੇ ਸਿਰਫ ਆਪਣੇ ਇਸ ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ ਆਪਣੀ ਟੇਕ ਰੱਖੀ ਹੈ। ਚਾਹੇ ਸਾਡੇ ਜਥੇਦਾਰਾਂ ਨੂੰ ਵੱਢ ਕੇ ਮਾਰਤਾ, ਜਿਵੇਂ ਕੌਂਕੇ ਸਾਹਿਬ ਉਹਨਾਂ ਨੂੰ ਵੱਢ ਕੇ ਮਾਰਤਾ ਸੀਗਾ, ਚਾਹੇ ਤੁਹਾਨੂੰ ਰੋਜ਼ ਜੇਲ੍ਹਾਂ 'ਚ ਫੜ ਕੇ ਅੰਦਰ ਕਰਦੇ ਆ, ਬੱਸਾਂ ਰੋਕੀਆਂ ਤੁਸੀਂ ਗ੍ਰਿਫਤਾਰ ਹੋਏ, ਸਾਰੀ ਉਮਰ ਤੁਸੀਂ ਜੇਲ੍ਹਾਂ 'ਚ ਕੱਢਤੀ, ਪਰ ਉਹ ਗੱਲ ਨਹੀਂ ਛੱਡੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੈਗੀ। ਸੋ ਮੈਂ ਆਪ ਸਭ ਨੂੰ ਵਧਾਈ ਦਿੰਦਾ ਕਿ ਅੱਜ ਤੁਸੀਂ ਫੇਰ ਉਸ ਗੁਰੂ ਗ੍ਰੰਥ ਸਾਹਿਬ ਦੇ ਮਗਰ ਆ ਕੇ ਆਪਣਾ ਬਲ ਦਿਖਾ ਰਹੇ ਹੋ। ਇਹ ਹਮੇਸ਼ਾ ਸਫਲ ਹੁੰਦੀ ਹੈ ਸੰਗਤ ਜਿਹੜੀ ਇਕਮੁੱਠ ਹੋ ਕੇ ਆਪਣੇ ਹੱਕਾਂ ਤੇ ਪਹਿਰਾ ਦਿੰਦੀ ਹੈ। ਮੈਂ ਬੇਨਤੀ ਕਰਦਾ ਇਦਾਂ ਹੀ ਡਟੇ ਰਹੀਏ ਤੇ ਸੰਗੀਏ ਨਾ। ਸਾਡਾ ਕੰਮ ਉਰੇ ਕੁਰਬਾਨੀਆਂ ਦੇਣਾ ਨਹੀਂ ਹੈ, ਸਾਡਾ ਕੰਮ ਹੈ ਕਿ ਅਸੀਂ ਰਾਜ ਵੀ ਲੈਣਾ ਹੈ। ਸਾਡਾ ਕੰਮ ਹੈ ਕਿ ਅਸੀਂ ਆਪਣੇ ਇਲੈਕਸ਼ਨਾਂ 'ਚ ਜਿੱਤ ਪਾਣੀ ਹੈ, ਚਾਹੇ ਨਰਸਿਮਹਾ ਰਾਓ ਵਰਗੇ ਰੱਦ ਕਰਕੇ ਸਾਡੇ ਇਲੈਕਸ਼ਨ ਖੁਸ਼ ਕਰਨ, ਪਰ ਅਸੀਂ ਲੱਗੇ ਰਹਿਣਾ ਦ੍ਰਿੜਤਾ ਨਾਲ। ਸਿੰਘ ਸਭਾ ਲਹਿਰ ਦੀ ਤੌਰ ਤੇ ਆਪਾਂ ਨੇ ਆਪਣਾ ਮੰਗ ਜਾਰੀ ਰੱਖਣੀ ਹੈ ਔਰ ਇਹ ਜਿੱਤ ਪ੍ਰਾਪਤ ਕਰਨੀ ਹੈ, ਕਿਉਂਕਿ ਇਨਸਾਫ ਨਾ ਸਾਨੂੰ ਕੋਰਟ ਦਿੰਦੇ ਹੈ, ਇਨਸਾਫ ਨਾ ਸਾਨੂੰ ਕੋਈ ਲੈਜਿਸਲੇਚਰ ਦਿੰਦੀ ਹੈ, ਇਨਸਾਫ ਨਾ ਸਾਨੂੰ ਕੋਈ ਐਗਜ਼ੈਕਟਿਵ ਦਿੰਦਾ ਹੈ, ਇਨਸਾਫ ਆਪਣੇ ਹੱਥ ਤੋਂ ਲੈਣਾ ਪੈਣਾ ਹੈ। कोई किसी को राज ना दे है, जो ले है निज बल से ले है। सो लक बन लो, क्योंकि गुरु ग्रंथ साहब आज थोड़े अवेसले होए हैं। इन्हां दे पक्ष च ना कोट खड़े, ना मोदी खड़े, ना बादल खड़े, ना अमरिंदर खड़े ते ना ही नवजोत सिद्धू खड़े। ये सिर्फ ते सिर्फ थोड़े बल दी गल है। जे गुरु साहब नूं उत्ते तुसीं बैठा देखना चाहुंदे हो, जे इन्हां दी शोभा च रहना चाहुंदे हो, इन्हां दी शोभा आप समझदे हो, तां लक बन के ऐतकी ना असीं आप देखनी है, ना असीं कोई बादल देखना, ना बीजेपी देखनी, ना अमरिंदर देखना, ना कांग्रेस देखनी। गुरु दे नां ते आपां ने इलैक्शन लड़ के जित के अपने हत्थों इंसाफ लेना, किसी होर ने नहीं देना। वाहिगुरू जी का खालसा, वाहिगुरू जी की फतेह।